ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ। ਮੈਂ ਜਤਿੰਦਰ ਸਿੰਘ ਖਹਿਰਾ। ਪਿਛਲੇ ਕੁਝ ਦਿਨਾਂ ਤੋਂ ਤੁਸੀਂ ਦੇਖਦੇ ਹੋਵੋਗੇ ਕਿ ਸੀਰੀਜ਼ ਤੇ ਇੰਟਰਵਿਊਜ਼ ਹੋ ਰਹੀਆਂ ਵੀ ਜੋੜਾਂ ਦੇ ਦਰਦ ਤੋਂ ਕਿਵੇਂ ਬਚਿਆ ਜਾਵੇ ਜਾਂ ਗੋਡੇ ਰਿਪਲੇਸਮੈਂਟ ਜਿਹੜੀ ਹੈ ਜਾਂ ਗੋਡੇ ਬਦਲਾਉਣਾ ਚੰਗਾ ਆ ਕਿ ਮਾੜਾ ਆ। ਇੱਕ ਵਾਰ ਫਿਰ ਤੋਂ ਮੈਂ ਈਵਾ ਹਸਪੀਟਲ ਲੁਧਿਆਣਾ ਦੇ ਵਿੱਚ ਹਾਂ ਔਰ ਮੇਰੇ ਨਾਲ ਉਹ ਜੋੜੇ ਨੇ ਜਿਨ੍ਹਾਂ ਨੇ ਇੱਕ ਦੂਸਰੇ ਨੂੰ ਦੇਖ ਕੇ ਆਪਣੇ ਗੋਡੇ ਜਿਹੜੇ ਬਦਲਾਏ। ਉਹਨਾਂ ਦਾ ਕੀ ਐਕਸਪੀਰੀਅੰਸ ਰਿਹਾ, ਕਿ ਇਹ ਗੋਡੇ ਠੀਕ ਰਹੇ ਆ, ਕਿੱਦਾਂ ਚੱਲਦੇ ਆ। ਰਘਬੀਰ ਸਿੰਘ ਤੇ ਹਰਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਹਿਲਾਂ ਕਿਹਨੇ ਸਭ ਤੋਂ ਪਹਿਲਾਂ ਗੋਡੇ ਬਦਲਾਏ ਤੁਹਾਡੇ ਦੋਹਾਂ 'ਚ? ਮੇਰੀ ਵਾਈਫ ਨੇ ਪਹਿਲਾਂ 2 ਸਾਲ ਪਹਿਲਾਂ ਗੋਡੇ ਪਾਏ 1921 'ਚ, ਅਤੇ ਉਹ ਬਿਲਕੁਲ ਠੀਕ ਆ। ਅੱਛਾ, ਤੁਹਾਨੂੰ ਤੁਸੀਂ 2021 'ਚ ਬਦਲਾਏ, ਇੱਦਾਂ ਲੱਗਿਆ ਵੀ ਕੁਛ ਨਵਾਂ ਚੀਜ਼ ਪਈ ਹੈ ਜਾਂ ਪੁਰਾਣੇ ਗੋਡਿਆਂ ਵਾਲਾ ਹਿਸਾਬ ਰਿਹਾ? ਨਹੀਂ, ਨਵਾਂ ਚੀਜ਼ ਵਿੱਚ ਪਈ ਹੈ ਕੋਈ ਉਹ ਨਹੀਂ ਫੀਲ ਹੁੰਦਾ। ਜਿਵੇਂ ਪਹਿਲਾਂ ਹੁੰਦਾ ਆ ਵੀ ਇੱਥੋਂ ਥੋੜ੍ਹਾ ਜਿਹਾ ਸੁੰਨ ਜਿਹਾ, ਜਿਵੇਂ ਉਹਨਾਂ ਨੇ ਆਪਰੇਸ਼ਨ ਕੀਤਾ ਹੁੰਦਾ ਆ, ਹੌਲੀ ਹੌਲੀ ਉਹ ਵੀ ਠੀਕ ਹੋ ਜਾਂਦਾ ਆ। ਜਿਵੇਂ ਆਪਾਂ ਫਿਜ਼ੀਓਥੈਰੇਪੀ ਕਰਾਉਂਦੇ ਹਾਂ, ਆਪ ਕਰਦੇ ਹਾਂ ਫਿਰ, ਅਤੇ ਨੋਰਮਲ ਫੀਲ ਹੁੰਦਾ ਆ। ਡਰ ਨਹੀਂ ਲੱਗਿਆ? ਕਿਉਂਕਿ ਅਕਸਰ ਬਿਲਕੁਲ ਮੈਨੂੰ ਡਰ ਨਹੀਂ ਲੱਗਿਆ, ਬਿਲਕੁਲ ਡਰ ਨਹੀਂ ਲੱਗਿਆ। ਮੈਨੂੰ ਆਪਰੇਸ਼ਨ ਥੀਏਟਰ ਜਾਂਦੇ ਨੂੰ ਵੀ ਡਰ ਨਹੀਂ ਲੱਗਿਆ। ਮੈਂ ਖੁਦ ਹੈਰਾਨ ਆ ਵੀ ਮੈਂ ਉਦੋਂ ਕਿਉਂ ਨਹੀਂ ਡਰੀ, ਬਿਲਕੁਲ ਨਹੀਂ ਡਰ ਲੱਗਿਆ। ਕਿੱਦਾਂ ਦਾ ਐਕਸਪੀਰੀਅੰਸ ਸੀਗਾ ਵੀ ਪਹਿਲਾਂ ਗੋਡੇ ਦੁਖਦੇ ਹੋਣੇ? ਅਕਸਰ ਉਹ ਉਸ ਉਮਰੇ ਆ ਕੇ ਗੋਡੇ ਦੁਖਣੇ ਲੱਗ ਪੈਂਦੇ ਆ, ਫਿਰ ਤੁਸੀਂ ਇੱਥੇ ਕਿੱਦਾਂ ਆਏ? ਕਿਸੇ ਨੇ ਦੱਸ ਪਾਈ ਸੀਗੀ? ਕਿੱਦਾਂ ਮਤਲਬ ਡਾਕਟਰ ਸਾਹਿਬ ਮਿਲੇ? ਹਾਂਜੀ, ਇੱਥੇ ਸਾਡੇ ਆਪਣੇ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ 2 ਗਲੀਆਂ ਛੱਡ ਕੇ ਇੱਕ ਮੈਡਮ ਆ, ਉਹ ਪ੍ਰਿੰਸੀਪਲ ਸੀਗੇ, ਪੜ੍ਹਾਉਂਦੇ ਸੀ। ਉਹਨਾਂ ਨੇ ਦੋਨਾਂ ਗੋਡਿਆਂ ਦਾ ਇੱਥੇ ਆਪਰੇਸ਼ਨ ਕਰਵਾਇਆ ਸੀ। ਉਹ ਮੈਨੂੰ ਗੁਰਦੁਆਰੇ ਮਿਲੇ ਅਤੇ ਉਹ ਦੇਖਦੇ ਸੀ ਮੈਨੂੰ ਗੁਰਦੁਆਰੇ ਵੀ ਇਹਦਾ ਗੋਡਾ ਦੁਖਦਾ ਵੀ ਮੁਸ਼ਕਿਲ 'ਚ ਆ, ਅਤੇ ਉਹ ਮੇਰੇ ਕੋਲ ਬੈਠੇ ਸੀ, ਗੱਲ ਕਰਨ ਲੱਗ ਗਏ ਆਪਣੇ ਗੋਡਿਆਂ ਦੀ। ਕਹਿੰਦੇ ਮੈਨੂੰ ਮਹੀਨਾ ਹੋਇਆ, ਨਗਰ ਕੀਰਤਨ ਸੀਗਾ, ਕਹਿੰਦੇ 1 ਮਹੀਨਾ ਹੋਇਆ ਦੋਨੋਂ ਗੋਡੇ ਕਰਾਏ ਨੂੰ, ਅਤੇ ਉਹ ਨੋਰਮਲ ਚੱਲ ਰਹੇ ਸੀ ਨਗਰ ਕੀਰਤਨ ਦੇ ਨਾਲ। ਅਤੇ ਮੈਂ ਬਹੁਤ ਹੈਰਾਨ, ਅਤੇ ਮੇਰੇ ਤੋਂ ਤੁਰਿਆ ਨਹੀਂ ਸੀ ਜਾਂਦਾ, ਮੇਰਾ ਗੋਡੇ ਨੂੰ ਤਕਲੀਫ ਸੀ। ਅਤੇ ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਤੁਸੀਂ ਈਵਾ 'ਚੋਂ ਕਰਾਓ, ਬਹੁਤ ਵਧੀਆ ਡਾਕਟਰ ਨੇ। ਅਸੀਂ ਆ ਕੇ ਮਿਲੇ, ਸਾਨੂੰ ਉਹਨਾਂ ਨਾਲ ਗੱਲਬਾਤ ਕਰਨ 'ਤੇ ਹੀ ਪਤਾ ਲੱਗੇ ਵੀ ਹਾਂ ਇਹ ਤਸੱਲੀ ਹੋ ਗਈ ਮਨ ਨੂੰ ਗੱਲਬਾਤ ਕਰਕੇ। ਉਸ ਤੋਂ ਬਾਅਦ ਫਿਰ ਅਸੀਂ ਅੱਛਾ, ਫਿਰ ਬਦਲਾ ਲਏ ਗੋਡੇ, ਸਾਰਾ ਕੁਝ ਠੀਕ ਹੋ ਗਿਆ। ਕਿ ਤੁਸੀਂ ਦੂਜੇ ਦਿਨ ਤੁਰੇ ਸੀ ਕਿ ਕਦੋਂ ਤੁਰੇ? ਭਾਰ ਕਦੋਂ ਪਾਇਆ? ਦੂਜੇ ਦਿਨ ਇਹਨਾਂ ਨੇ ਤੋਰ ਦਿੱਤਾ ਸੀਗਾ ਇੱਥੇ। ਦੂਜੇ ਦਿਨ ਹੀ ਉਹ ਥੋੜ੍ਹਾ ਤੋਰਨਾ ਸ਼ੁਰੂ ਕਰ ਦਿੰਦੇ ਨੇ ਇੱਥੇ। 4 ਕੁ ਦਿਨ ਇੱਥੇ ਰੱਖਦੇ ਨੇ, ਉਹ ਡੇਲੀ ਸਵੇਰੇ ਸ਼ਾਮ ਫਿਰ ਤੁਹਾਨੂੰ ਤੋਰਦੇ ਨੇ ਉਹਦੇ ਨਾਲ, ਆਪਣੇ ਵੋਕਰ ਦੇ ਨਾਲ, ਅਤੇ ਆਪੇ ਤੁਰਨਾ ਸ਼ੁਰੂ ਕਰ ਲੈਂਦੇ ਤੁਸੀਂ। ਹਾਂਜੀ, ਮਤਲਬ ਵਧੀਆ ਐਕਸਪੀਰੀਅੰਸ ਹੈ। ਅੱਛਾ, ਤੁਸੀਂ ਫਿਰ ਰਘਬੀਰ ਜੀ ਇਹਨਾਂ ਨੂੰ ਦੇਖ ਕੇ ਤੁਹਾਨੂੰ? ਹਾਂ, ਮੈਂ ਮੋਟੀਵੇਟ ਹੋਇਆ ਕਿ ਜਦ ਇਹਦੇ ਗੋਡੇ ਠੀਕ ਹੋ ਗਏ ਤਾਂ ਮੇਰੇ ਕਿਉਂ ਨਹੀਂ ਹੋ ਸਕਦੇ। ਮੈਂ ਤਾਂ ਫਿਰ ਆਪਣੇ ਆਪ ਹੀ ਡਾਕਟਰ ਸਾਹਿਬ ਕੋਲ ਆ ਗਿਆ। ਮੈਂ ਕਿਹਾ ਜੀ ਮੇਰੇ ਗੋਡੇ ਚੇਂਜ ਕਰ ਦਿਓ। ਇਹ ਕਿਵੇਂ ਹੁੰਦਾ ਨਾ ਵੀ ਆਪਰੇਸ਼ਨ ਤੋਂ ਸਾਨੂੰ ਡਰ ਵੀ ਲੱਗਦਾ। ਤੁਹਾਨੂੰ ਮੈਮ ਕਹਿੰਦੇ, ਮੈਨੂੰ ਉਦੋਂ ਡਰ ਨਹੀਂ ਲੱਗਾ ਤੁਹਾਡੇ ਨਾਲ? ਨਹੀਂ, ਮੈਨੂੰ ਵੀ ਨਹੀਂ ਲੱਗਿਆ, ਬਿਲਕੁਲ ਨਹੀਂ ਲੱਗਿਆ। ਨਾ ਆਪਰੇਸ਼ਨ ਕਰਾਉਣ ਲੱਗੇ, ਨਾ ਪਹਿਲਾਂ ਨਾ ਬਾਅਦ 'ਚ। ਤੇ ਤੁਸੀਂ ਵੀ ਦੂਸਰੇ ਦਿਨ ਹੀ ਚੱਲਣਾ ਸ਼ੁਰੂ ਕਰਤਾ? ਹਾਂ, ਦੂਜੇ ਦਿਨ ਮੈਂ ਮਤਲਬ ਜਿੰਨਾ ਇਹਨਾਂ ਨੇ ਤੁਰਾਇਆ ਸੀ ਉਹਨਾਂ ਦੂਜੇ ਦਿਨ ਤੁਰੇ। ਅਤੇ ਇਹਨਾਂ ਨੇ ਸਵੇਰੇ ਸ਼ਾਮ ਪ੍ਰੈਕਟਿਸ ਕਰਾਉਂਦੇ ਸੀਗੇ। ਉਸ ਤੋਂ ਬਾਅਦ ਮੇਰੀ ਹੋਈ ਫਿਜ਼ੀਓਥੈਰੇਪੀ 10 ਦਿਨ, ਪਰ ਮੈਂ 10 ਦਿਨ ਦੀ ਫਿਜ਼ੀਓਥੈਰੇਪੀ ਨਾਲ ਹੀ ਮੈਂ ਆਪਣੇ ਆਪ ਨੂੰ ਕਵਰ ਕਰ ਲਿਆ। ਅਤੇ 22ਵੇਂ ਦਿਨ 16ਵੇਂ ਦਿਨ ਮੈਂ ਸੈਲਫ ਗੱਡੀ ਚਲਾ ਕੇ ਕੰਮ ਫੈਕਟਰੀ ਚਲਾ ਗਿਆ। ਅੱਛਾ, ਮਤਲਬ ਕਿ ਮੰਨਦੇ ਹੋ ਵੀ ਇਹ ਵਾਕਈ ਜ਼ਿੰਦਗੀ ਬਦਲ ਜਾਂਦੀ ਹੈ ਜੋ ਤੁਸੀਂ? ਹਾਂਜੀ, ਬਹੁਤ ਤਕਲੀਫ ਦੇ ਵਿੱਚ ਸੀ, ਘਰੇ ਚੱਲਣਾ ਫਿਰਨਾ ਔਖਾ ਸੀ, ਬਦਲ ਜਾਂਦੀ ਹੈ, ਵਾਕਈ ਜ਼ਿੰਦਗੀ ਬਦਲ ਜਾਂਦੀ ਹੈ। ਤੇ ਹੁਣ ਮਤਲਬ ਕੀ ਦਿਨਚਰਿਆ ਰਹਿੰਦੀ? ਵੋਕ 'ਤੇ ਜਾਂਦੇ ਹੋ, ਗੁਰਦੁਆਰਾ ਸਾਹਿਬ ਜਾਂਦੇ ਹੋ, ਤਕਲੀਫ ਕੋਈ ਨਹੀਂ? ਨਹੀਂ, ਤੁਰਨ ਫਿਰਨ 'ਚ ਬਿਲਕੁਲ ਤਕਲੀਫ ਨਹੀਂ ਕੋਈ। ਬਹੁਤ ਪਰਹੇਜ਼ ਕੀ ਰੱਖਦੇ ਹੋ? ਮਤਲਬ ਇਹ ਹੁੰਦਾ ਕਿ ਵਿਮਨਸ ਜਿਹੜੀਆਂ ਉਹਨਾਂ ਦੀ ਵੈਸੇ ਵੀ ਆਪਾਂ ਕਹੀਏ ਕਿ ਬੋਨ ਡੈਂਸਿਟੀ ਘੱਟ ਜਾਂਦੀ ਹੈ, ਕਿਉਂਕਿ ਨਾ ਬੱਚੇ ਵੀ ਪੈਦਾ ਕੀਤੇ ਹੁੰਦੇ ਆ, ਸਭ ਕੁਝ ਹੁੰਦਾ। ਤੁਹਾਨੂੰ ਲੱਗਦਾ ਕਿ ਹੁਣ ਮਤਲਬ ਪਰਹੇਜ਼ ਕੀ ਕਰਦੇ ਹੋ ਤੁਸੀਂ ਜਦੋਂ ਗੋਡੇ ਬਦਲਾ ਲਏ, ਜਾਂ ਤੁਹਾਨੂੰ ਲੱਗਦਾ ਵੀ ਇਹਨੂੰ? ਪਰਹੇਜ਼ ਫਿਰ ਧਿਆਨ ਰੱਖੀਦਾ ਵੀ ਉੱਚੇ ਨੀਵੇਂ ਪੈਰ ਰੱਖ ਕੇ ਅਸੀਂ ਗਿਰ ਨਾ ਜਾਈਏ, ਹੈ ਨਾ। ਬਸ ਇੱਦਾਂ ਦੇ ਧਿਆਨ ਰੱਖੀਦੇ ਨੇ। ਪੌੜੀ ਚੜ੍ਹਨਾ ਧਿਆਨ ਨਾਲ ਚੜ੍ਹੋ, ਪੌੜੀ ਵੀ ਚੜ੍ਹ ਜਾਈਦਾ, ਉੱਪਰ 2 ਮੰਜ਼ਿਲਾਂ 'ਤੇ ਵੀ ਜਾ ਆਈਦਾ। ਹਾਂ, ਥੋੜ੍ਹਾ ਬਹੁਤਾ ਧਿਆਨ ਰੱਖਣਾ ਪੈਂਦਾ ਆ, ਲਾਪਰਵਾਹੀ ਨਹੀਂ ਕਰੀਦੀ। ਹਾਂਜੀ, ਹਾਂ। ਤੁਸੀਂ ਤੁਹਾਡਾ ਕੀ ਸਕੈਡਿਊਲ ਹੁੰਦਾ? ਤੁਸੀਂ ਮਤਲਬ ਜਾਂਦੇ ਹੋ ਫੈਕਟਰੀ, ਕੰਮ ਕਰਦੇ ਹੋ ਕਿੱਦਾਂ? ਮੈਂ ਤਾਂ ਬਿਲਕੁਲ ਫਿੱਟ ਹਾਂ ਜੀ, ਮਤਲਬ ਕਿ ਮੈਨੂੰ ਤੁਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਅਤੇ ਸਿਰਫ ਇਹੀ ਆ ਕਿ ਪ੍ਰੀਕੋਸ਼ਨ ਰੱਖਦਾ ਕਿ ਕੋਈ ਗਲਤ ਸਟੈਪ ਨਾ ਚੁੱਕਿਆ ਜਾਵੇ ਤਾਂ ਕਿ ਕੋਈ ਸੱਟ ਨਾ ਲੱਗ ਜਾਵੇ। ਹਾਂ, ਸਿਰਫ ਪ੍ਰੀਕੋਸ਼ਨ ਰੱਖਦਾ ਮੈਨੂੰ, ਬਾਕੀ ਕੋਈ ਪ੍ਰੋਬਲਮ ਨਹੀਂ, ਕੋਈ ਦਰਦ ਨਹੀਂ, ਕੁਛ ਨਹੀਂ।
ਅੱਛਾ, ਤੁਸੀਂ ਹਿਸਾਬ ਲਾ ਲਿਆ ਵੀ ਦੇਖ ਲਓ ਵੀ ਵਾਕਈ ਗੋਡੇ ਬਦਲਾਉਣਾ ਇੱਕ ਚੰਗੀ ਚੀਜ਼ ਹੈ। ਔਰ ਤੁਸੀਂ ਉਹਨਾਂ ਲੋਕਾਂ ਤੋਂ ਜਾਓ ਜਿਹੜਿਆਂ ਨੂੰ ਐਕਸਪੀਰੀਅੰਸ ਆ। ਮੈਂ ਇਹਨਾਂ ਤੋਂ ਪੁੱਛਦਾ, ਤੁਹਾਨੂੰ ਲੱਗਦਾ ਵੀ ਵਾਕਈ, ਕਿਉਂਕਿ ਹੁਣ ਬਜ਼ੁਰਗ ਸਾਡੇ, ਕਿਉਂਕਿ ਖੁਰਾਕਾਂ ਉਦੋਂ ਦੀਆਂ ਰਹਿ ਗਈਆਂ, ਗੋਡੇ ਤਾਂ ਸਾਰਿਆਂ ਦੇ ਦੁਖਦੇ ਆ, ਇਹ ਬਹੁਤ ਜ਼ਰੂਰੀ ਹੈ ਕਿਉਂਕਿ ਦੁਕਾਨਾਂ ਤਾਂ ਹਰ ਕਿਸੇ ਨੇ ਖੋਲੀਆਂ ਹੋਈਆਂ, ਇਹ ਬਹੁਤ ਜ਼ਰੂਰੀ ਹੈ ਨਾ ਵੀ ਉਸ ਬੰਦੇ ਕੋਈ ਹੋਣਾ ਚਾਹੀਦਾ ਜਦੋਂ ਕੋਈ ਬਹੁਤ ਐਕਸਪੀਰੀਅੰਸ ਹੋਵੇ। ਹਾਂ ਬਿਲਕੁਲ। ਤੁਸੀਂ ਦੇਖੋ ਕਿ ਕਿਹੜੇ ਡਾਕਟਰ ਦਾ ਐਕਸਪੀਰੀਅੰਸ ਵਧੀਆ ਹੈਗਾ, ਕਿਹਦੇ ਕੋਲੇ ਮਸ਼ੀਨਰੀ ਅੱਛੀ ਹੈਗੀ ਆ। ਅਤੇ ਮੈਨੂੰ ਬੈਸਟ ਐਕਸਪੀਰੀਅੰਸ ਹੋਇਆ ਕਿ ਜਦੋਂ ਮੈਂ ਇੱਥੇ ਆਇਆ, ਇਸ ਡਾਕਟਰ ਸਾਹਿਬ ਨੂੰ ਮਿਲਿਆ, ਅਤੇ ਮੈਂ ਫਸਟ ਇੰਪਰੈਸ਼ਨ 'ਚ ਹੀ ਮੈਂ ਮਨ ਬਣਾ ਲਿਆ ਕਿ ਮੈਂ ਆਪਰੇਸ਼ਨ ਇਹਨਾਂ ਤੋਂ ਹੀ ਕਰਾਉਣਾ ਹੈ। ਇਸ ਤੋਂ ਪਹਿਲਾਂ ਵੀ ਮੈਂ ਦੋ ਤਿੰਨ ਜਗ੍ਹਾ ਜਾਇਆ, ਪਰ ਇਹਨਾਂ ਨੂੰ ਮਿਲ ਕੇ ਮੈਨੂੰ ਬਹੁਤ ਇੱਕਦਮ ਮਹਿਸੂਸ ਹੋ ਗਿਆ ਕਿ ਮੈਨੂੰ ਇੱਥੋਂ ਹੀ ਕਰਾਉਣੇ ਚਾਹੀਦੇ ਨੇ। ਨਹੀਂ, ਮੈਨੂੰ ਲੱਗਦਾ ਤੁਹਾਡੇ ਕੋਲ ਤਾਂ ਲਾਈਵ ਐਕਸਪੀਰੀਅੰਸ ਵੀ ਸੀਗਾ। ਤੁਹਾਨੂੰ ਕਿਵੇਂ ਲੱਗਾ ਮਿਲ ਕੇ? ਤੁਸੀਂ ਕਹਿੰਦੇ ਵੀ ਇਹ ਵਧੀਆ ਹੈ, ਕਿਉਂ ਤੁਸੀਂ ਇਹ ਹੀ ਚੁਣਿਆ? ਡਾਕਟਰ ਸਾਹਿਬ ਨੇ ਜਦੋਂ ਅਸੀਂ ਦਿਖਾਉਣ ਆਏ ਨਾ ਗੋਡੇ, ਮੈਂ ਹੋਰ ਵੀ ਥਾਈਂ ਦਿਖਾਉਣ ਗਈ, ਜਿਵੇਂ ਮੈਂ ਦਿਆਨੰਦ 'ਚ ਵੀ ਗਈ, ਕਈ ਥਾਵਾਂ 'ਤੇ ਹੋਰ ਵੀ ਗਈ, ਤਸੱਲੀ ਨਹੀਂ ਹੋਈ ਇੱਕ ਗੱਲ ਕਰਕੇ। ਇਹ ਡਾਕਟਰ ਸਾਹਿਬ ਨਾਲ ਗੱਲ ਕਰਕੇ ਇੱਥੇ ਹੀ ਕਰਾਉਣਾ, ਇਹਨਾਂ ਨੇ ਸਾਨੂੰ ਚੰਗੀ ਤਰ੍ਹਾਂ ਦੇਖਿਆ, ਚੰਗੀ ਸਲਾਹ ਦਿੱਤੀ, ਬਸ ਇੱਥੇ ਮਨ ਹੋ ਗਿਆ ਵੀ ਇਹ ਇੱਥੇ ਕਰਾਉਣਾ। ਹਾਂਜੀ, ਬਹੁਤ ਅੱਛੇ ਨੇ ਡਾਕਟਰ ਸਾਹਿਬ, ਬਹੁਤ ਅੱਛੇ ਨੇ। ਤੁਸੀਂ ਦੇਖ ਸਕਦੇ ਹੋ ਕਿ ਵਾਕਈ ਕਹਿੰਦੇ ਤਸੱਲੀ ਹੋ ਗਈ ਆ। ਉਹ ਚੁਣੋ ਜਿਹਨਾਂ ਨੂੰ ਲੱਗਦਾ ਤੁਹਾਨੂੰ ਵੀ ਵਾਕਈ, ਕਿਉਂਕਿ ਮਜਬੂਰੀਆਂ ਸਾਰਿਆਂ ਦੀਆਂ, ਆਪਰੇਸ਼ਨ ਕਰਾਉਣੇ ਪੈਂਦੇ ਆ, ਪਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਐਕਸਪਰਟ ਬੰਦਾ ਚੁਣੋ। ਤਨਵੀਰ ਭੂਟਾਨੀ ਵੀ ਗੋਲਡ ਮੈਡਲਿਸਟ ਹੈ, ਤੁਸੀਂ ਇੱਥੇ ਵੀ ਆ ਸਕਦੇ ਹੋ ਜੇ ਤੁਸੀਂ ਇੱਥੋਂ ਚੁਣਨਾ ਹੈ। ਮੈਂ 3 ਮਈ 2022 'ਚ ਇੱਥੋਂ ਆਪਰੇਸ਼ਨ ਕਰਾਇਆ ਸੀਗਾ। ਵਿਨੋਦ ਕੁਮਾਰ ਜੈਨ, ਆਰਬੀ ਓਸਵਾਲ ਹੌਜ਼ਰੀ ਫੈਕਟਰੀ, ਪੁਰਾਣਾ ਬਾਜ਼ਾਰ, ਔਰ ਬਿਲਕੁਲ ਠੀਕ ਹਾਂ। ਅਤੇ ਡਾਕਟਰ ਸਾਹਿਬ ਨੇ ਦੁਬਾਰਾ ਵੀ ਚੈੱਕ ਕੀਤਾ ਅਤੇ ਸਾਨੂੰ ਕੋਈ ਕਮੀ ਨਹੀਂ ਹੈ। ਮੈਂ ਚੌਂਕੜੀ ਮਾਰ ਕੇ ਬੈਠ ਸਕਦਾ। ਚੌਂਕੜੀ ਮਾਰ ਕੇ ਬੈਠ ਕੇ ਦਿਖਾ ਲਓ ਓਏ ਹੋਏ, ਉਹਦਾ ਸਾਡੇ ਜਿੰਨੇ ਰਿਸ਼ਤੇਦਾਰ ਨੇ ਕਰਾਇਆ ਉਹ ਵੀ ਦਿਖਦੇ ਆ। ਨਹੀਂ ਲਓ, ਤੁਸੀਂ ਕਹਿੰਦੇ ਵੀ ਮੈਂ ਬੜੇ ਸਾਰੇ ਡਾਕਟਰਾਂ ਤੇ ਗਿਆ, ਬਾਕੀ ਡਾਕਟਰ ਨਹੀਂ ਮੈਂ ਦਿਖਾਇਆ ਜੀ, 8-10 ਡਾਕਟਰਾਂ ਨੂੰ ਦਿਖਾਉਣ ਤੋਂ ਬਾਅਦ ਇੱਥੇ ਪਹੁੰਚੇ ਆ, ਔਰ ਇਹਨਾਂ ਨੇ ਕਿਹਾ ਜੀ ਆਪਰੇਸ਼ਨ ਹੋਊਗਾ ਗੋਡੇ ਦਾ, ਜੀ ਕਰਾ ਲਿਆ। ਬਾਕੀ ਡਾਕਟਰ ਵੀ ਕਹਿੰਦੇ ਸੀ। ਹਾਂ, ਬਾਕੀ ਡਾਕਟਰ ਕਹਿੰਦੇ ਦੋਨੋਂ ਦਾ ਹੋਊਗਾ ਜੀ, ਇਹ ਸਿਰਫ ਇਹਨਾਂ ਨੇ ਕਿਹਾ ਸਾਨੂੰ ਵੀ ਇੱਕ ਗੋਡੇ ਦਾ ਆਪਰੇਸ਼ਨ ਹੋਊਗਾ। ਹਾਂ, ਤੇ ਮਤਲਬ ਤੁਸੀਂ ਦੂਸਰੇ ਦਿਨ ਤੁਰਨ ਲੱਗ ਪਏ? ਕਦੋਂ, ਕਿਹੜੀ? ਨਹੀਂ, ਅਸੀਂ ਚੌਥੇ ਜਾਂ ਪੰਜਵੇਂ ਦਿਨ ਤੁਰਨ ਲੱਗ ਗਏ ਸੀਗੇ, ਅਤੇ 14ਵੇਂ-15ਵੇਂ ਦਿਨ ਅਸੀਂ ਟਾਂਗੇ ਕੱਟਣ ਤੋਂ ਬਾਅਦ ਮੈਂ ਸਕੂਟਰ ਚਲਾਉਣ ਲੱਗ ਗਿਆ ਸੀਗਾ। ਫੈਕਟਰੀ ਪਹੁੰਚ ਗਏ। ਹਾਂ, ਮੈਂ ਕੁਝ ਕਹਿ ਰਿਹਾ, ਕੀ ਕਹਿ ਰਹੇ ਤੁਸੀਂ? ਮੈਂ ਕਿਹਾ ਫੈਕਟਰੀ ਪਹੁੰਚ ਗਏ। ਫੈਕਟਰੀ ਪਹੁੰਚ ਗਏ ਸੀ ਅਸੀਂ ਤਾਂ 17ਵੇਂ-18ਵੇਂ ਦਿਨ। ਸਰਦਾਰ ਜੀ ਨੇ ਸਾਨੂੰ ਹੌਸਲਾ ਦਿੱਤਾ, ਅਸੀਂ ਵੀ ਫੈਕਟਰੀ ਪਹੁੰਚ ਗਏ ਨਾਲ ਹੀ। ਹਾਂ, ਦੇਖੋ ਜੀ, ਦੱਸਣ ਨਾਲ ਬੜਾ ਫਰਕ ਪੈਂਦਾ ਇੱਕ ਦਾ ਤਾਂ। ਅੱਛਾ, ਤੇ ਹੌਸਲੇ ਦੀ ਗੱਲ ਹੈ। ਮੈਂ ਤੁਸੀਂ ਕਦੋਂ ਕਰਾਇਆ ਸੀਗਾ? ਤੁਸੀਂ ਪਹਿਲਾਂ ਕਰਾਇਆ ਜਾਂ ਸਰ ਨੇ ਪਹਿਲਾਂ ਕਰਾਇਆ? ਨਹੀਂ ਸਰ, ਮੈਂ ਪਹਿਲਾਂ ਕਰਾਇਆ ਜੀ 3 ਮਈ। ਇਹਨਾਂ ਨੂੰ ਤਾਂ ਮਈ 'ਚ 3 ਮਈ ਨੂੰ ਸਾਲ ਹੋ ਜਾਣਾ ਮੈਨੂੰ। ਇਹਨਾਂ ਨੇ ਕਰਾਇਆ 11 ਮਾਰਚ। 11 ਮਾਰਚ ਨੂੰ ਕਰਾਇਆ। ਅੱਛਾ, ਤੁਸੀਂ 11 ਮਾਰਚ ਨੂੰ ਕਰਾਇਆ ਤੇ ਕਿੱਦਾਂ ਦੋਨੇ ਗੋਡਿਆਂ ਦਾ ਕਰਾ ਲਿਆ ਇੱਕ ਵਾਰ? ਮੈਂ ਦੋਨੋਂ ਗੋਡਿਆਂ ਦਾ ਕਰਾਇਆ। ਤੇ ਤੁਰਨ ਕਦੋਂ ਲੱਗੇ ਸੀਗੇ? ਤੁਰਨ ਲੱਗੇ ਸੀ ਜੀ, ਪਹਿਲਾਂ ਹਸਪੀਟਲ ਤਰਾਇਆ ਮੈਨੂੰ, ਇੱਥੇ ਵੀ ਤੁਰਾਤਾ ਸੀਗਾ, ਵੋਕਰ ਨਾਲ ਚੱਲੇ 4-5 ਦਿਨ, ਉਸ ਤੋਂ ਬਾਅਦ ਚੱਲਣ ਲੱਗ ਪਏ, ਸਟਿਕ ਨਾਲ ਚੱਲਦੇ ਰਹੇ। ਬਿਲਕੁਲ ਠੀਕ ਹੈ ਹੁਣ। ਡਰ ਨਹੀਂ ਲੱਗਿਆ ਵੀ ਜਦੋਂ ਗੋਡੇ ਟ੍ਰਾਂਸਪਲਾਂਟ ਕਰਾਉਣੇ ਹੁੰਦੇ? ਨਹੀਂ, ਡਾਕਟਰ ਨੇ ਹੌਸਲਾ ਬਹੁਤ ਦਿੱਤਾ ਮੈਨੂੰ, ਬਹੁਤ ਲਾਈਕ ਡਾਕਟਰ। ਇਹ ਤਾਂ ਡਰਦੇ ਹੀ ਸੀ ਜੀ, ਡਾਕਟਰ ਤਾਂ ਅੱਗੇ ਕਹੀ ਜਾਂਦਾ। ਪਹਿਲਾਂ ਤੁਹਾਨੂੰ ਡਾਕਟਰ ਸਾਹਿਬ ਸਟਿਕ ਚੱਲਣਾ ਪੈਂਦਾ ਸੀ? ਹਾਂਜੀ, ਹਾਂ, ਸੋਲ ਬਹੁਤ ਹੈ। ਇਹ ਕਹਿੰਦੀ ਤੁਹਾਨੂੰ ਉਦੋਂ ਨਹੀਂ ਲੱਗਦਾ ਕਿ ਕੁਝ ਬਦਲ ਗਿਆ, ਵੀ ਥੋੜੀ ਪੋਜ਼ਿਟਿਵਿਟੀ ਆ ਗਈ? ਥੋੜੇ ਹਲਕੇ ਹੋ ਗਏ ਗੋਡੇ, ਹੁਣ ਤਾਂ ਚੱਲਣ 'ਚ ਨਾ ਦਿੱਕਤ ਨਹੀਂ ਹੈਗੀ ਹੁਣ ਮੈਨੂੰ। ਕਿਉਂਕਿ ਇਸ ਉਮਰ 'ਚ ਆ ਕੇ ਨਾ ਬੜੇ ਸਾਰੇ ਡਿਸੀਜਨ ਹੁੰਦੇ ਵੀ ਹੁਣ ਕੀ ਗੋਡੇ ਬਦਲਾਉਣੇ ਆ, ਵੀ ਚਲੋ ਜਿਹੜਾ ਦੁੱਖ ਹੈਗਾ ਉਹ ਹੈਗਾ ਹੀ ਆ, ਗੋਲੀਆਂ ਖਾ ਲਓ ਫਿਰ ਉਸ ਤੋਂ ਬਾਅਦ ਚੱਲ ਜਾਓ। ਕੀ ਕਹਿਣਾ ਚਾਹੋਗੇ ਜਿਹੜਾ ਤੁਹਾਨੂੰ ਦੇਖਣ ਦੇ? ਮੈਨੂੰ ਇਹੀ ਸੀਗਾ, ਮੈਂ ਕਿ ਬਦਵਾਨੇ ਬੱਚੇ ਮੇਰੇ ਮਗਰ ਪੈ ਗਏ, ਮੰਮੀ ਹੁਣ ਕਰਵਾ ਲਓ ਤੁਸੀਂ, ਸਗੋਂ ਸਾਰੇ ਲੋਕੀ ਕਰਵਾਈ ਜਾ ਰਹੇ ਨੇ। ਮੈਂ ਹੋਰ ਹਸਪੀਟਲ ਚ ਜਾ ਕੇ ਆਈ, ਜਦੋਂ ਮਰਜ਼ੀ ਚਲੋ। ਮੈਨੂੰ ਕਿਤੇ ਨਹੀਂ ਉਹ ਯਕੀਨ ਨਹੀਂ ਹੋਇਆ, ਮੈਂ ਇੱਥੇ ਆਈ ਹਾਂ। ਫਿਰ ਇਹਨਾਂ ਦਾ ਠੀਕ ਹੋ ਗਿਆ ਸੀ ਨਾ ਆਪਰੇਸ਼ਨ ਇੱਥੇ। ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ? 10-11 ਪੌੜੀਆਂ ਚੜਾਈਆਂ ਉਹਨਾਂ ਨੇ। ਹਾਂ, ਪੌੜੀਆਂ 10-11 ਚੜਾਤੀਆਂ ਕੱਲ ਉਹਨਾਂ ਨੇ, ਪਰਸੋਂ ਵੀ ਚੜਾਈਆਂ ਸੀ, ਕੱਲ ਵੀ ਚੜਾਈਆਂ।
ਉਹ ਕੋਈ ਦਿੱਕਤ ਵਾਲੀ ਕੋਈ ਗੱਲ ਨਹੀਂ ਹੈ ਜੀ। ਬਿਨਾਂ ਸਟਿਕ ਤੋਂ ਵੀ ਮੈਂ ਚੱਲ ਲੈਂਦੀ ਹਾਂ। ਪਹਿਲਾਂ ਤੁਹਾਨੂੰ ਸਟਿਕ ਲੈ ਕੇ ਚੱਲਣਾ ਪੈਂਦਾ ਸੀ। ਹਾਂਜੀ ਹਾਂ ਤੇ ਉਦੋਂ ਦੀ ਲੱਗਦਾ ਕਿ ਕੁਝ ਬਦਲ ਗਿਆ ਵੀ ਥੋੜੀ ਪੋਜ਼ਿਟਿਵਿਟੀ ਆ ਗਈ। ਮਤਲਬ ਇੱਕਦਮ ਮੈਂ ਚੱਲ ਨਹੀਂ ਸਕਦੀ ਸੀ, ਖੜੀ ਤੇ ਖੜੀ ਰਹਿੰਦੀ ਸੀ, ਦਿੱਕਤ ਨਹੀਂ ਹੈਗੀ। ਕਿ ਵਾਰ ਤਾਂ ਤੁਸੀਂ ਸਵੇਰੇ ਉੱਠਦੇ ਆ ਫਿਰ ਤੁਹਾਡਾ ਗੋਡਾ ਨਹੀਂ ਚੱਲਦਾ, ਤੁਹਾਡਾ ਬਾਅਦ ਵਿੱਚ ਪਹਿਲਾਂ ਵੀ ਸੈੱਟ ਹੋ ਜਾਂਦਾ ਹੈ, ਜਦੋਂ ਤੁਸੀਂ ਕੰਮ ਕਰਦੇ ਆ ਦੁੱਖ ਹੈਗਾ ਉਹ ਹੈਗਾ ਹੀ ਆ, ਗੋਲੀਆਂ ਖਾ ਲਓ ਫਿਰ ਉਸ ਤੋਂ ਬਾਅਦ ਚੱਲ ਜਾਓ। ਕੀ ਕਹਿਣਾ ਚਾਹੋਗੇ ਜਿਹੜਾ ਤੁਹਾਨੂੰ ਦੇਖਣ ਦੇ? ਮੈਨੂੰ ਇਹੀ ਸੀਗਾ, ਮੈਂ ਕਿ ਮੈਂ ਨਹੀਂ ਹੁਣ ਬਦਲਵਾਣੇ, ਬੱਚੇ ਮੇਰੇ ਮਗਰ ਪੈ ਗਏ ਤੇ ਮੰਮੀ ਹੁਣ ਕਰਵਾ ਲਓ ਤੁਸੀਂ, ਸਗੋਂ ਸਾਰੇ ਲੋਕੀ ਕਰਵਾਈ ਜਾ ਰਹੇ ਨੇ ਤੇ ਮੈਂ ਹੋਰ ਹਸਪੀਟਲਾਂ 'ਚ ਵੀ ਜਾ ਕੇ ਆਈ ਹਾਂ। ਮੈਨੂੰ ਕਿਤੇ ਨਹੀਂ ਉਹ ਯਕੀਨ ਨਹੀਂ ਹੋਇਆ, ਮੈਂ ਇੱਥੇ ਆਈ ਹਾਂ, ਫਿਰ ਇਹਨਾਂ ਦਾ ਠੀਕ ਹੋ ਗਿਆ ਤੇ ਕੋਈ ਬਿਜਨਸ ਪੈਣਾ ਹੁੰਦਾ ਨਹੀਂ। ਬਸ ਬਸ। ਜਿਹੜੇ ਤੁਹਾਨੂੰ ਦੇਖ ਰਹੇ ਆ ਉਹਨਾਂ ਨੂੰ ਕੀ ਕਹੋਗੇ ਜਦੋਂ ਤੁਸੀਂ ਆਪਰੇਸ਼ਨ ਕਰਾਉਣਾ ਤੇ ਵਿਆਹ ਨੂੰ ਕੀ ਤਾਂ ਹੋ ਗਏ ਜੀ ਮੈਂ ਕਹਿੰਦੀ 52 ਸਾਲ ਹੋ ਗਏ। डॉक्टर तनवीर सिंह भटानी को करवाओ ऑपरेशन, ਆ 2 ਸਾਲ बहुत लाइक डॉक्टर हैं। ਆ ਤਕਲੀਫ ਹੀ ਤਾਂ ज़्यादा था मेरे, मैं तो 8-10 साल तो दुख रहे थे, ਲੇਕਿਨ ਹਲਕਾ ਹਲਕਾ ਸੀਗਾ। ज़्यादा दर्द होने लगे थे मेरे को। ਹਾਂ 2 ਸਾਲ ਤੋਂ ਜ਼ਿਆਦਾ ਸੀ। ਇੱਥੇ ਆ ਕੇ ਤਸੱਲੀ ਹੋਈ, ਇੱਕਦਮ ਇਹ ਜ਼ਿਆਦਾ ਹੀ ਹੁੰਦਾ ਜੀ ਵੈਸੇ। ਖੜੀ ਰਹਿੰਦੀ ਸੀ। ਕਿ ਵਾਰ ਤਾਂ ਤੁਸੀਂ ਸਵੇਰੇ ਉੱਠਦੇ ਆ ਫਿਰ ਤੁਹਾਡਾ ਗੋਡਾ ਨਹੀਂ ਚੱਲਦਾ, ਪਰ ਬਾਅਦ ਚ ਦੁਪਹਿਰਾਂ ਨੂੰ ਸੈੱਟ ਹੋ ਜਾਂਦਾ ਹੈ ਜਦੋਂ ਤੁਸੀਂ ਕੰਮ ਕਰਦੇ ਆ? ਉਹ ਥੋੜਾ ਜਿਹਾ ਹਿਲਾਣਾ ਪੈਂਦਾ ਸੀ ਜੀ। ਪਹਿਲਾਂ ਹਾਂ ਪਹਿਲਾਂ ਇਹਨਾਂ ਨੂੰ ਟਰਾਈ ਕਰਦੀ ਸੀ, ਸਵੇਰੇ ਉੱਠ ਕੇ ਥੋੜਾ ਜਿਹਾ ਉਹਨੂੰ ਐਕਸਰਸਾਈਜ਼ ਕਰਕੇ ਫਿਰ ਹੀ ਚੱਲਣਾ ਪੈਂਦਾ ਸੀ ਅੱਗੇ। ਵਗੈਰਾ ਕਰ ਲੈਂਦੀ ਸੀਗੀ, ਬਸ ਇਸ ਤਰ੍ਹਾਂ ਹੀ ਕੱਢਦੇ ਫਿਰ ਐਵੇਂ 2 ਸਾਲ। ਉਹ ਦੂਸਰਾ ਵੀ ਸਗੋਂ ਖਰਾਬ ਹੋ ਗਿਆ ਮੇਰਾ। ਬਿਲਕੁਲ ਐ ਸੀ ਜੀ, ਐ ਹੋ ਗਿਆ। ਉਹਦੇ ਨਾਲ ਦੂਜਾ ਐਕਸਰਾ ਦੇਖਿਆ ਉਦੋਂ ਮੈਂ, ਮਤਲਬ ਫੋਲਡ ਹੋ ਗਈ। ਇੱਕ ਰਸਤੇ ਕੋਈ ਬਿਜਨਸ ਪੈਣਾ ਹੁੰਦਾ ਨਹੀਂ। ਬਸ ਬਸ। ਜਿਹੜੇ ਤੁਹਾਨੂੰ ਦੇਖ ਰਹੇ ਆ ਉਹਨਾਂ ਨੂੰ ਕੀ ਕਹੋਗੇ ਵੀ ਕਿੱਥੋਂ ਜਦੋਂ ਤੁਸੀਂ ਆਪਰੇਸ਼ਨ ਕਰਾਉਣਾ ਤੇ ਕੀ ਦੇਖਣਾ ਹੈ? मैं कहनी युवा हॉस्पिटल तो डॉक्टर तनवीर सिंह भटानी को करवाओ ऑपरेशन, बहुत लाइक डॉक्टर हैं। ਅਸੀਂ ਤਾਂ ਇਹਨਾਂ ਦੇ ਭਾਈ ਭੈਣ ਦਾ ਕਹਿੰਦੇ ਜੀ ਤੁਸੀਂ ਕਰਾ ਲਿਆ, ਸਮਝੋ ਸਭ ਨੇ ਕਰਾ ਲਿਆ। हाँ, मैं नहीं डरती, बहुत डरते थे। बहुत ਅੱਛਾ अच्छा काम। ਜਾਣਦੇ ਤੇ ਇੱਥੇ ਬਾਇਓ ਵੇ ਕਰ ਲਓ ਜਾਂ ਕੁਝ ਕਹਿ ਰਹੇ ਇਹ ਜ਼ਿਆਦਾ ਹੀ ਹੁੰਦਾ ਜੀ ਵੈਸੇ। ਸਰ ਤੁਸੀਂ नहीं, ऐसा डॉक्टर है बहुत जी? लाइक है। ਨਹੀਂ ਅਸੀਂ ਹਾਂਜੀ ਅਸੀਂ 4-5 ਦਿਨ ਪਹਿਲਾਂ ਨਾ ਦਿਖਾਣ ਆਏ ਸੀ ਤੇ ਡਾਕਟਰ ਸਾਹਿਬ ਕਹਿੰਦੇ ਜੀ ਇੱਕ ਦਾ ਲੜਕਾ ਨਾਲ ਆਇਆ ਤੇ ਮਾਂ ਆਪਣੀ ਨੂੰ ਕਹਿੰਦਾ ਜੋ ਦਿਖਾਣ ਦੇਗਾ, ਡਾਕਟਰ ਕਹਿੰਦਾ ਜੀ ਠੀਕ ਹੈ ਬਿਲਕੁਲ ਚਲੋ ਤੁਸੀਂ। ਮਾਂ ਆਪਣੀ ਨੂੰ ਕਹਿੰਦਾ ਹੁਣ ਟਾਇਰ ਪਵਾਤੇ ਆ, ਦੌੜੋ। ਉਹ ਕਹਿੰਦਾ ਪਹਿਲਾਂ ਮੇਰੀ ਸਮਝ ਨਹੀਂ ਆਇਆ ਡਾਕਟਰ ਸਾਹਿਬ ਵੀ ਉਹ ਮੁੰਡਾ ਕਹਿ ਕੀ ਰਿਹਾ। ਉਹ ਕਹਿੰਦਾ ਮੇਰੇ ਦਿਮਾਗ 'ਚ ਆਇਆ ਵੀ ਇਹ ਕੀ ਕਹਿ ਰਿਹਾ। ਕਹਿੰਦਾ ਮੈਂ ਇੰਨਾ ਹੱਸਿਆ, ਉਹਨੇ ਮੈਨੂੰ ਉਦੋਂ ਗੱਲ ਸੁਣਾਈ। ਡਾਕਟਰ ਸਾਹਿਬ सुभाव बहुत अच्छा है डॉक्टर साहब का। ਬਹੁਤ ਅੱਛਾ ਜੀ ਇਹਨੇ ਕਹੀ ਹੈ। पेशेंट ना अद्धा ठीक हो जाता है, ਮੈਂ ਕਿਹਾ ਜੀ ਨਾਲ ਹੀ पेशेंट अद्धा ठीक हो जाता है। ਆਪ ਦੇਖਦੇ ਰੱਖੀਏ बिल्कुल। ਦੇਖੋ ਜੀ ਪੱਟੀ ਤੱਕ ਆਪ ड्रेसिंग भी आप करते हैं, ਹਾਂ ਜਿਹੜੀ ਸਰ ਨੂੰ ਬੜੀ ਚੀਜ਼ ਹੈ ਨਾ, ਨਹੀਂ ਤਾਂ आप ਅਗਲੇ देखते हैं ਕੀ ਚੰਡੀਗੜ੍ਹੋਂ ਕਰਾ ਕੇ ਆ ਜਾਓ ਆਪਰੇਸ਼ਨ, ਉਹ ਤੋਂ ਬਾਅਦ ਦਿਖਦੇ ਹੀ ਨਹੀਂ ਉਹ। पेशेंट की गल ਪ੍ਰੈਸ਼ਰ सुनते ਦਵਾ हैं। ਤਾਂ ਸਟਾਫ ਤੇ ਛੱਡ स्टाफ बहुत हाँ? अच्छा है ना दा, बहुत अच्छा ਅੱਛਾ स्टाफ। ਜਾਣਦੇ ਤੇ ਇੱਥੇ ਬਾਇਓ ਵੇ ਕਰ ਲਓ ਜਾਂ ਕੁਝ ਕਹਿ ਰਹੇ ਸਰ ਤੁਸੀਂ ਕਿਉਂ ਮੈਮ ਨੇ ਕਰਤਾ? ਹਾਂਜੀ ਸਰ ਇੱਥੇ ਕਹਿ ਦੋ ਕਿ ਕਿਉਂ ਇੱਥੇ ਹੋਣਾ ਚਾਹੀਦਾ ਹੈ ਹਸਪੀਟਲ? ਹਸਪੀਟਲ ਬਹੁਤ ਅੱਛਾ ਹੈ ਜੀ, ਡਾਕਟਰ ਸਾਹਿਬ ਬਹੁਤ ਅੱਛੇ ਹੈ, ਸਟਾਫ ਬਹੁਤ ਅੱਛਾ ਹੈ, ਸਾਨੂੰ ਪੂਰੀ ਤਸੱਲੀ ਹੈ, ਸਾਫ ਸਫਾਈ ਪੂਰੀ ਹੈ। ਹਾਂ ਹਰ ਚੀਜ਼ ਅਵੇਲੇਬਲ ਹੈ, ਕਿਸੇ ਗੱਲ ਦੀ ਕਮੀ ਨਹੀਂ ਹੈ, ਹਰ ਵੇਲੇ ਡਾਕਟਰ ਸਾਹਿਬ ਹਾਜ਼ਰ ਹੈ ਜੀ। ਸੁਭਾਅ ਬਹੁਤ ਅੱਛਾ ਹੈ ਡਾਕਟਰ ਸਾਹਿਬ ਦਾ। ਜਿੰਨੀ ਵਾਰੀ ਵੀ ਆਏ ਆ ਜੀ ਸਾਨੂੰ ਤਾਂ ਸਟਾਫ ਖਿਲਦਾ ਹੀ ਨਜ਼ਰ ਆ। ਉਹ ਤਾਂ ਇਹਨਾਂ ਤੋਂ ਬਗੈਰ ਵੀ ਉਹ ਕੁੜੀਆਂ ਤੋਂ ਫੋਨ ਕਰਦੇ ਨੇ, ਔਰ ਜੀ ਅੰਕਲ ਜੀ ਠੀਕ ਹੋ। ਸੋ ਡਾਕਟਰ ਤਨਵੀਰ, ਜਦੋਂ ਪੇਸ਼ੈਂਟ ਤੁਹਾਡੇ ਕੋਲ ਆਉਂਦਾ ਹੈ ਤੇ ਸਭ ਤੋਂ ਪਹਿਲਾਂ ਤੁਸੀਂ ਕਿਵੇਂ ਉਸ ਨੂੰ ਦੇਖਦੇ ਹੋ ਕਿ ਹਰ ਪੇਸ਼ੈਂਟ ਦੇ ਗੋਡੇ ਬਦਲਣ ਵਾਲੇ ਹੁੰਦੇ ਆ? ਸੋ ਨੀ ਰਿਪਲੇਸਮੈਂਟ ਜਿਹੜਾ ਪ੍ਰੋਸੀਜਰ ਹੈ ਉਹਦੀ ਪ੍ਰਾਇਮਰੀ ਇੰਡੀਕੇਸ਼ਨ, ਜਿਹੜਾ ਪ੍ਰਾਇਮਰੀ ਕਾਰਨ ਹੈ ਉਹਨੂੰ ਕਰਨ ਦਾ, ਉਹ ਦਰਦ ਹੈ। ਇਹ ਕਾਸਮੈਟਿਕ ਸਰਜਰੀ ਨਹੀਂ ਹੈ ਕਿ ਗੋਡੇ ਦੀ ਸ਼ੇਪ ਇੰਪਰੂਵ ਕਰਨ ਲਈ ਅਸੀਂ ਆਪਰੇਸ਼ਨ ਕਰਨਾ ਹੈ ਜਾਂ ਐਕਸ-ਰੇ ਦੀ ਫਾਈਂਡਿੰਗਸ ਦੇ ਹਿਸਾਬ ਨਾਲ ਆਪਰੇਸ਼ਨ ਕਰਨਾ ਹੈ। ਕਈ ਪੇਸ਼ੈਂਟਸ ਦੇ ਐਕਸ-ਰੇ ਦੇ ਵਿੱਚ ਫਾਈਂਡਿੰਗਸ ਹੁੰਦੀਆਂ ਪਰ ਉਹਨਾਂ ਨੂੰ ਦਰਦ ਨਹੀਂ ਹੁੰਦਾ, ਫਿਲਹਾਲ ਫਿਜ਼ੀਓਥੈਰੇਪੀ ਦੇ ਨਾਲ ਮੈਨੇਜ ਕਰ ਰਹੇ ਹੁੰਦੇ ਆ ਚੀਜ਼। ਸੋ ਪ੍ਰਾਇਮਰੀ ਇੰਡੀਕੇਸ਼ਨ ਫॉर द ਸਰਜਰੀ ਇਜ਼ ਐਂਡ ਆਲਵੇਜ਼ ਹੈਜ਼ ਬੀਨ ਪੇਨ। ਜਿਹੜੇ ਪੇਸ਼ੈਂਟ ਨੂੰ ਦਰਦ ਹੈ ਉਹਨੂੰ ਇਨਵੈਸਟੀਗੇਟ ਕਰਨ ਲਈ ਐਕਸ-ਰੇ ਕੀਤਾ ਜਾਂਦਾ ਹੈ। ਐਕਸ-ਰੇ ਕਰਨ ਤੋਂ ਬਾਅਦ ਜੇ ਪੇਸ਼ੈਂਟ ਦੀ ਕਲੀਨਿਕਲ ਫਾਈਂਡਿੰਗਸ, ਰੇਡੀਓਲੋਜੀਕਲ ਫਾਈਂਡਿੰਗਸ, ਮਤਲਬ ਜਿਹੜੇ ਪੇਸ਼ੈਂਟ ਦਾ ਗੋਡੇ ਦਾ ਆਕਾਰ ਹੈ ਉਹ, ਪਲੱਸ ਜੋ ਐਕਸ-ਰੇ 'ਚ ਸਾਨੂੰ ਮਿਲ ਰਹੀ ਹੈ ਚੀਜ਼, ਜੇ ਉਹਨਾਂ ਦੋਨਾਂ ਦੇ ਵਿੱਚ ਇਹ ਪ੍ਰੂਵ ਹੁੰਦਾ ਹੈ ਕਿ ਹਾਂ ਗ੍ਰੇਡ 4 ਆਰਥਰਾਈਟਿਸ ਦੇ ਕਰੀਬ ਹੈ, ਗੋਡਾ ਟੇਢਾ ਹੋ ਰਿਹਾ ਹੈ, ਐਕਸ-ਰੇ ਦੇ ਵਿੱਚ ਉਹਦੀ ਐਕਸਿਸ ਚੇਂਜ ਹੋ ਰਹੀ ਹੈ, ਐਕਸ-ਰੇ ਦੇ ਵਿੱਚ ਗੋਡੇ ਦੀ ਹੱਡੀ ਦੇ ਵਿੱਚ ਟੇਢਾਪਨ ਦਿਖ ਰਿਹਾ ਹੈ, ਫਿਰ ਇਹ ਆਪਰੇਸ਼ਨ ਜ਼ਰੂਰ ਕੰਸੀਡਰ ਕਰਨਾ ਚਾਹੀਦਾ ਹੈ। ਐਂਡ ਇਹ ਇੰਡੀਕੇਸ਼ਨ ਪੇਸ਼ੈਂਟ ਨੂੰ ਦੇਖਣ ਤੋਂ ਬਾਅਦ, ਕਲੀਨਿਕਲ ਐਗਜ਼ਾਮੀਨੇਸ਼ਨ ਤੋਂ ਬਾਅਦ ਹੀ ਪਤਾ ਲੱਗਦੀ ਹੈ। ਡਾਕਟਰ ਤਨਵੀਰ, ਗੋਡਿਆਂ ਦੇ ਨਾਲ ਨਾਲ ਕਈਆਂ ਨੂੰ ਮਣਕਿਆਂ ਦੀ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਜਦੋਂ ਇੱਕ ਗੋਡਾ ਦੁਖਦਾ ਹੈ ਤੇ ਭਾਰ ਬੈਲੈਂਸ ਨਹੀਂ ਹੁੰਦਾ। ਇਹ ਗੱਲ ਸਹੀ ਹੈ? ਜੀ ਬਿਲਕੁਲ ਸਹੀ ਹੈ। ਸੋ ਦਿਸ ਇਜ਼ ਆਲਸੋ ਕਾਜ਼ ਐਂਡ ਇਫੈਕਟ। ਇਹ ਉਹਦਾ ਕਾਰਨ ਵੀ ਹੈ ਤੇ ਕਈ ਵਾਰ ਉਹਨੂੰ ਅੱਗੇ ਕੰਟਰੀਬਿਊਟ ਵੀ ਕਰਦਾ ਹੈ।
ਮੈਂ ਸਮਝਾਣਾ ਫੋਰ ਐਗਜ਼ਾਮਪਲ ਜੇ ਕਿਸੇ ਪੇਸ਼ੈਂਟ ਨੂੰ ਅਸੀਂ ਨੀ ਰਿਪਲੇਸਮੈਂਟ ਸੁਜੈਸਟ ਕਰਦੇ ਹਾਂ ਉਹਦੀ ਚਾਲ ਇੰਪਰੂਵ ਹੁੰਦੀ ਹੈ। ਆਮ ਤੌਰ ਤੇ ਅਸੀਂ ਦੇਖਿਆ ਕਿ ਜਦੋਂ ਵੀ ਪੇਸ਼ੈਂਟ ਨੀ ਪ੍ਰੋਬਲਮ ਦੇ ਨਾਲ ਈਵਨ ਕਲੀਨਿਕ 'ਚ ਆਉਂਦਾ ਜਾਂ ਮਾਰਕੀਟ 'ਚ ਜਾ ਰਿਹਾ ਉਹ ਇਸ ਤਰ੍ਹਾਂ ਟੇਢਾ ਹੋ ਕੇ ਚੱਲਦਾ, ਉਹਦੀ ਚਾਲ 'ਚ ਟੇਢਾਪਨ ਆ ਜਾਂਦਾ। ਇਹਨੂੰ ਵਾਡਲਿੰਗ ਗੇਟ ਕਹਿੰਦੇ, ਜਿਸ ਤਰ੍ਹਾਂ ਇੱਕ ਬਤਖ ਚੱਲਦੀ ਹੈ। ਜਦੋਂ ਨੀ ਰਿਪਲੇਸਮੈਂਟ ਸਰਜਰੀ ਹੋ ਜਾਂਦੀ ਹੈ, ਲੱਤਾਂ ਦੀ ਐਕਸੈਸ ਠੀਕ ਹੋ ਜਾਂਦੀ ਹੈ, ਲੱਤਾਂ ਦੇ ਵਿੱਚ ਟੇਢਾਪਨ ਖਤਮ ਹੋ ਜਾਂਦਾ, ਲੱਤ ਸਿੱਧੀ ਹੋ ਜਾਂਦੀ ਹੈ। ਪੇਸ਼ੈਂਟ ਦੀ ਚਾਲ ਇੰਪਰੂਵ ਕਰਨ ਦੇ ਨਾਲ ਪਿੱਠ ਨੂੰ ਝਟਕਾ ਲੱਗਣਾ ਬੰਦ ਹੋ ਜਾਂਦਾ ਹੈ। ਬਟ ਐਟ ਦ ਸੇਮ ਟਾਈਮ ਉਹਦੀ ਪੇਨ ਵੀ ਇੰਪਰੂਵ ਕਰਦੀ ਹੈ ਤੇ ਉਹਦਾ ਇਨਫੈਕਟ ਟੂ ਐਨ ਐਕਸਟੈਂਟ ਕਿ ਜਿਨ੍ਹਾਂ ਦੇ ਲੱਤਾਂ ਦੇ ਵਿੱਚ ਬਹੁਤ ਟੇਢਾਪਨ ਹੁੰਦਾ, ਲੱਤ ਸਿੱਧੀ ਹੋਣ ਦੇ ਨਾਲ ਕੁਝ ਹਾਈਟ ਦੇ ਵਿੱਚ ਵੀ ਫਰਕ ਪੈਂਦਾ ਹੈ, ਬੈਕ ਦਾ ਪੋਸਚਰ ਵੀ ਇੰਪਰੂਵ ਕਰਦਾ ਹੈ। ਸੋ ਸਾਰੀਆਂ ਦਰਦਾਂ ਖਤਮ ਹੋ ਜਾਂਦੀਆਂ। ਡਾਕਟਰ ਸਾਹਿਬ ਸ਼ੂਜ਼ ਜਿਹੜੇ ਜਾਂ ਚੱਪਲ ਆ ਉਹ ਕਿੰਨੀਆਂ ਕੁ ਇੰਪੋਰਟੈਂਟ ਹੈ ਜਦੋਂ ਅਸੀਂ ਇਸ ਚੀਜ਼ ਨੂੰ ਦੇਖਦੇ ਹਾਂ? ਵੈਲ ਅੱਛਾ ਫੁੱਟਵੇਅਰ, ਕੰਫਰਟੇਬਲ ਫੁੱਟਵੇਅਰ ਹੋਣਾ ਬਹੁਤ ਜ਼ਰੂਰੀ ਹੈ। ਬੇਅਰਫੁੱਟ ਵਾਕਿੰਗ ਵੀ ਬਹੁਤ ਅੱਛੀ ਚੀਜ਼ ਹੈ। ਬੇਅਰਫੁੱਟ ਵਾਕਿੰਗ ਮਤਲਬ ਨੰਗੇ ਪੈਰ ਚੱਲਣਾ, ਜਿਸ ਤਰ੍ਹਾਂ ਅਸੀਂ ਘਰ ਦੇ ਅੰਦਰ ਫਰਸ਼ ਦੇ ਉੱਪਰ ਨੰਗੇ ਪੈਰ ਚੱਲਦੇ ਹਾਂ ਜਾਂ ਸਵੇਰੇ ਘਾਹ ਦੇ ਉੱਪਰ ਅਸੀਂ ਨੰਗੇ ਪੈਰ ਚੱਲਦੇ ਹਾਂ, ਜਿਹਨੂੰ ਆਪਾਂ ਕਹਿ ਦਿੰਦੇ ਕਿ ਓਸ ਦੇ ਵਿੱਚ ਜਾਂ ਮਿੱਟੀ ਦੇ ਵਿੱਚ ਚੱਲਣਾ, ਉਹ ਹੈਲਦੀ ਹੈ। ਬਟ ਦ ਓਨਲੀ ਥਿੰਗ ਇਜ਼ ਕਿ ਡਾਇਬੀਟਿਕ ਪੇਸ਼ੈਂਟ ਦੇ ਵਿੱਚ ਕਈ ਵਾਰ ਕੀ ਪ੍ਰੋਬਲਮ ਆਉਂਦੀ ਹੈ ਕਿ ਜਿੱਦਾਂ ਘਾਸ ਦੇ ਵਿੱਚ ਨੰਗੇ ਪੈਰ ਚੱਲ ਰਹੇ ਹੈ, ਨਿਊਰੋਪੈਥੀ ਹੁੰਦੀ ਹੈ। ਕਈ ਪੇਸ਼ੈਂਟਸ ਦੀ ਸੈਂਸੇਸ਼ਨ ਪੈਰਾਂ ਦੇ ਵਿੱਚ ਘੱਟ ਹੁੰਦੀ ਹੈ। ਸੋ ਜੇ ਉਹਨਾਂ ਨੂੰ ਕੋਈ ਕੰਡਾ ਜਾਂ ਕੋਈ ਇਸ ਤਰ੍ਹਾਂ ਦਾ ਕਿੱਲ ਜਾਂ ਕੋਈ ਹੋਰ ਚੀਜ਼ ਪੈਰ ਦੇ ਵਿੱਚ ਕਦੀ ਚੁੱਭ ਜਾਏਗੀ, ਡਾਇਬੀਟਿਕ ਪੇਸ਼ੈਂਟ 'ਚ ਨਿਊਰੋਪੈਥੀ ਹੋਣ ਦੇ ਕਰਕੇ, ਨਸਾਂ ਵੀਕ ਹੋਣ ਦੇ ਕਰਕੇ ਕਈ ਵਾਰ ਪੇਸ਼ੈਂਟ ਨੂੰ ਉਹ ਚੀਜ਼ ਪਤਾ ਨਹੀਂ ਲੱਗਦੀ, ਹੌਲੀ ਹੌਲੀ ਕਰਕੇ ਉਹ ਇਨਫੈਕਸ਼ਨ 'ਚ ਤਬਦੀਲ ਹੋ ਸਕਦੀ ਹੈ। ਇਸ ਲਈ ਇੱਕ ਕਲੀਨ ਸਰਫੇਸ 'ਤੇ ਚੱਲਣਾ ਜ਼ਰੂਰੀ ਹੈ। ਜਿਹੜੇ ਕਿਸੇ ਪੇਸ਼ੈਂਟ ਨੂੰ ਸੈਂਸੇਸ਼ਨ ਘੱਟ ਹੈ ਉਹਨੂੰ ਨੰਗੇ ਪੈਰ ਚੱਲਣਾ ਅਵੋਇਡ ਕਰਨਾ ਚਾਹੀਦਾ ਹੈ। ਜ਼ਰੂਰੀ ਨਹੀਂ ਕਿ ਬਹੁਤ ਮਹਿੰਗਾ ਫੁੱਟਵੇਅਰ ਹੋਏ, ਕੰਫਰਟੇਬਲ ਫੁੱਟਵੇਅਰ ਹੋਣਾ ਜ਼ਰੂਰੀ ਹੈ। ਈਵਨ ਰਬੜ ਦੀ ਚੱਪਲ ਚੰਗੀ ਹੈ, ਕੋਈ ਵੀ ਅੱਛਾ ਕੰਪਨੀ ਜਿਸ ਤਰ੍ਹਾਂ ਜਿਨ੍ਹਾਂ ਦੀ ਅੱਜਕੱਲ੍ਹ ਮੈਮਰੀ ਫੋਮ ਵਾਲੀ ਚੱਪਲ ਆਉਂਦੀ ਹੈ ਉਹ ਵੀ ਅੱਛੀ ਹੈ। ਸਪੋਰਟ ਸ਼ੂਜ਼ ਬਹੁਤ ਅੱਛੇ ਹੈ। ਹਾਰਡ ਲੈਦਰ ਜੁੱਤੇ ਅਵੋਇਡ ਕਰਨੇ ਚਾਹੀਦੇ ਹੈ। ਹੀਲਸ ਵਾਲੀਆਂ ਚੀਜ਼ ਜਿਸ ਤਰ੍ਹਾਂ ਲੇਡੀਜ਼ ਦੇ ਵਿੱਚ ਜਾਂ ਜੈਂਟਸ ਦੇ ਵਿੱਚ ਕਈ ਮੋਟੀ ਹੀਲ ਦੇ ਨਾਲ ਸ਼ੂ ਪਾਉਂਦੇ, ਉਹਨੂੰ ਅਵੋਇਡ ਕਰਨਾ ਚਾਹੀਦਾ ਹੈ। ਡਾਕਟਰ ਵੀ ਸੌਣ ਵੇਲੇ ਜਿਹੜਾ ਗੱਦਾ ਆ ਉਹ ਜਾਂ ਫਿਰ ਬੈੱਡ ਤੁਹਾਡਾ ਕਿੱਦਾਂ ਦਾ ਹੋਣਾ ਚਾਹੀਦਾ ਤਾਂ ਜੋ ਤੁਹਾਨੂੰ ਮਣਕਿਆਂ ਦੀ ਪ੍ਰੋਬਲਮ ਨਾ ਹੋਵੇ ਜਾਂ ਕਿਸੇ ਤਰੀਕੇ ਦੀ ਜੁਆਇੰਟ ਪੇਨ ਨਾ ਹੋਵੇ? ਸੋ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਬਿਕੋਜ਼ ਆਈ ਗੈਟ ਆਸਕਡ ਦਿਸ ਅ ਲੋਟ। ਸੋ ਇਹਦੇ ਵਿੱਚ ਇੱਕ ਸਪੈਸੀਫਿਕੇਸ਼ਨਸ ਹੈ ਨਾ। ਸੋ ਮਿਨੀਮਮ 4 mm ਥਿਕਨੈਸ ਐਂਡ ਜਿਹੜੀ ਤੁਹਾਡੀ ਫੋਮ ਦੀ ਥਿਕਨੈਸ ਹੈ ਉਹ ਪਲੱਸ 40 mm ਡੈਂਸਿਟੀ। ਸੋ ਜਿਹੜਾ ਗੱਦਾ ਹੈ ਕਮ ਸੇ ਕਮ ਜੇ 1 ਫੁੱਟ ਦਾ ਗੱਦਾ ਹੈਗਾ ਜਾਂ 8 ਇੰਚ ਦਾ ਗੱਦਾ ਹੈਗਾ, ਉਹਦੇ 'ਚ ਮਿਨੀਮਮ ਜਿਹੜੀ ਫੋਮ ਥਿਕਨੈਸ ਹੈ 4 mm 40 ਡੈਂਸਿਟੀ ਪਲੱਸ ਇਟ ਸ਼ੁੱਡ ਬੀ ਅ ਫਰਮ ਮੈਟਰਸ। ਫਰਮ ਮੈਟਰਸ ਮਤਲਬ ਨਾ ਤਾਂ ਬਹੁਤਾ ਹਾਰਡ ਨਾ ਬਹੁਤਾ ਸੌਫਟ ਜਾਂ ਡਿਫਾਰਮਡ ਮੈਟਰਸ ਬੈਕ ਪੇਨ ਨੂੰ ਕੰਟਰੀਬਿਊਟ ਕਰਦਾ ਹੈ। ਬਹੁਤੇ ਹਾਰਡ ਸਰਫੇਸ 'ਤੇ ਵੀ ਸੌਣ ਦੀ ਲੋੜ ਨਹੀਂ ਹੈ, ਪਰ ਇੱਕ ਫਰਮ ਸਰਫੇਸ ਹੋਣਾ ਜ਼ਰੂਰੀ ਹੈ ਜਿਹੜੀ ਬੈਕਸ ਨੂੰ ਸਪੋਰਟ ਦੇ। ਅੱਜਕੱਲ੍ਹ ਜਿਸ ਤਰ੍ਹਾਂ ਮੈਮਰੀ ਫੋਮ ਮੈਟਰਸਿਸ ਆ ਗਏ, ਦੇ ਆਰ ਕੁਆਇਟ ਗੁੱਡ, ਬਟ ਮੈਟਰਸ ਨੂੰ ਹਰ 6 ਮਹੀਨੇ ਸਾਲ ਦੇ ਬਾਅਦ ਉਹਦੀ ਡਾਇਰੈਕਸ਼ਨ ਤੇ ਉਹਦੀ ਸਾਈਡ ਚੇਂਜ ਕਰਨਾ ਕੰਪਨੀ ਵੀ ਰეკਮੈਂਡ ਕਰਦੀ ਹੈ ਤੇ ਹਰ 2 ਸਾਲ 3 ਸਾਲ ਦੇ ਬਾਅਦ ਮੈਟਰਸ ਚੇਂਜ ਕਰਨਾ ਵੀ ਜ਼ਰੂਰੀ ਹੈ। ਗੋਡੇ ਬਦਲਾਉਣ ਤੋਂ ਬਾਅਦ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਸੋ ਗੋਡੇ ਬਦਲਵਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਤਾਂ ਜੋ ਵੀ ਤੁਹਾਡੇ ਥੈਰੇਪਿਸਟ, ਤੁਹਾਡੇ ਡਾਕਟਰ, ਤੁਹਾਡੇ ਨਰਸਿੰਗ ਸਟਾਫ ਦੀਆਂ ਇਨਸਟਰਕਸ਼ਨਸ ਹੈ ਉਹਨਾਂ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੈ। ਕੋਈ ਬਹੁਤ ਜ਼ਿਆਦਾ ਪ੍ਰੀਕਾਸ਼ਨਸ ਨਹੀਂ ਹੁੰਦੀਆਂ ਬਿਕੋਜ਼ ਪੇਸ਼ੈਂਟ ਅਗਲੇ ਦਿਨ ਤੋਂ ਆਪਣਾ ਭਾਰ ਪਾ ਕੇ ਆਪ ਚੱਲ ਕੇ ਬਾਥਰੂਮ ਜਾ ਸਕਦਾ ਹੈ, ਟਾਇਲਟ ਜਾ ਸਕਦਾ ਹੈ। ਥੈਰੇਪੀ ਡੇ 1 ਤੋਂ ਸਟਾਰਟ ਹੋ ਜਾਂਦੀ ਹੈ। ਥੈਰੇਪੀ ਸਟਾਰਟ ਹੋਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਸਵੈਲਿੰਗ ਜਾਂ ਕੋਈ ਰੈਡਨੈਸ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਆਉਂਦੀ ਉਹ ਪਤਾ ਲੱਗਦੀ ਹੈ। ਜਿਹੜੀਆਂ ਵੀ ਇਨਸਟਰਕਸ਼ਨਸ ਨੇ, ਜਿਹੜਾ ਵੀ ਅਸੀਂ ਸਾਰਾ ਕੁਝ ਪੇਸ਼ੈਂਟ ਨੂੰ ਦੇਈਦਾ, ਇਨਕਲੂਡਿੰਗ ਮੈਡੀਸਨ, ਇਨਕਲੂਡਿੰਗ ਡਾਇਟ, ਇਨਕਲੂਡਿੰਗ ਬਾਕੀ ਐਡਵਾਈਸ ਫॉर ਰੈਗੂਲਰ ਫਿਜ਼ੀਓਥੈਰੇਪੀ ਐਂਡ ਫੋਲੋ ਅਪ, ਉਹ ਸਾਰਾ ਕੁਝ ਰੈਗੂਲਰ ਜੇ ਪੇਸ਼ੈਂਟ ਫੋਲੋ ਕਰਦਾ ਰਹੇਗਾ ਤੇ ਇਵੈਂਚੁਅਲੀ ਉਹ ਵਾਲੀ ਪ੍ਰੋਬਲਮ ਪੇਸ਼ੈਂਟ ਨੂੰ ਕ੍ਰੀਏਟ ਨਹੀਂ ਹੋਏਗੀ। ਜਦੋਂ ਵੀ ਪੇਸ਼ੈਂਟ ਫੋਲੋ ਅਪ ਦੇ ਲਈ ਬੁਲਾਇਆ ਜਾਏ ਉਦੋਂ ਆਉਣਾ ਚਾਹੀਦਾ ਹੈ। ਡਰੈਸਿੰਗਸ ਰੈਗੂਲਰ ਹੋਣੀਆਂ ਚਾਹੀਦੀਆਂ। ਕੁਝ ਵੀ ਕੱਚਾ, ਠੰਡਾ ਜਾਂ ਖੱਟਾ ਨਹੀਂ ਖਾਣਾ ਚਾਹੀਦਾ ਐਟਲੀਸਟ ਫॉर द फर्स्ट 2 ਵੀਕਸ ਬਿਕੋਜ਼ ਵੀ ਡੋਂਟ ਵਾਂਟ ਕਿ ਕੋਈ ਹੋਰ ਪ੍ਰੋਬਲਮ ਜਿਸ ਤਰ੍ਹਾਂ ਗਲੇ ਦੇ ਵਿੱਚ ਕੋਈ ਪ੍ਰੋਬਲਮ ਜਾਂ ਖਾਂਸੀ ਜਾਂ ਜ਼ੁਕਾਮ ਇਸ ਤਰ੍ਹਾਂ ਦੀ ਕੋਈ ਚੀਜ਼ ਹੋਏ। ਬੱਚਿਆਂ ਨੂੰ ਹਸਪੀਟਲ ਦੇ ਵਿੱਚ ਵੈਸੇ ਵੀ ਇਨਕਰੇਜ ਨਹੀਂ ਕਰਨਾ ਚਾਹੀਦਾ ਆਉਣ ਦੇ ਲਈ। ਬਹੁਤਾ ਲੋਕਾਂ ਨੂੰ ਮਿਲਣਾ ਜੁਲਣਾ ਨਹੀਂ ਕਿਉਂਕਿ ਕੋਵਿਡ ਤੋਂ ਵੀ ਅਸੀਂ ਨਿਕਲ ਕੇ ਹਟੇ ਹਾਂ। ਕਈ ਪੇਸ਼ੈਂਟਸ ਨੂੰ ਕਿਸੇ ਨੂੰ URI ਹੁੰਦੀ ਹੈ, ਅਪਰ ਰੈਸਪੀਰੇਟਰੀ ਇਨਫੈਕਸ਼ਨ, ਕਿਸੇ ਨੂੰ ਕੋਈ ਹੋਰ ਕਿਸੇ ਤਰ੍ਹਾਂ ਦੀ ਵਿਜ਼ਿਟਰ ਨੂੰ ਕੋਈ ਪ੍ਰੋਬਲਮ ਹੋ ਸਕਦੀ ਹੈ ਜਿਹੜਾ ਕਿ ਉਹ ਮਰੀਜ਼ ਨੂੰ ਦੇ ਸਕਦਾ ਹੈ। ਸੋ ਵੀ ਵਾਂਟ ਟੂ ਕੀਪ ਦ ਪੇਸ਼ੈਂਟ in their own room, in their own house for about the first 2 weeks। ਉਸ ਤੋਂ ਬਾਅਦ ਪੇਸ਼ੈਂਟ ਆਪ ਜਦੋਂ ਇੱਕ ਵਾਰ ਸਟੇਪਲਸ ਆਊਟ ਹੋ ਗਏ, ਜਦੋਂ ਸਾਰੀ ਰਿਕਵਰੀ ਪ੍ਰੋਸੈਸ ਕੰਪਲੀਟ ਹੋ ਗਈ, ਡਰੈਸਿੰਗਸ ਰਿਮੂਵ ਹੋ ਗਈਆਂ, ਫਿਰ ਉਸ ਤੋਂ ਬਾਅਦ ਸੈਰ ਕਰਨਾ ਜਾਣਾ, ਬਾਹਰ ਜਾਣਾ, ਗੁਰਦੁਆਰੇ ਜਾਣਾ, ਪਾਰਕ ਜਾਣਾ, ਕੋਈ ਪ੍ਰੋਬਲਮ ਨਹੀਂ। ਕੀ ਔਰਤਾਂ ਹਾਈ ਹੀਲ ਪਹਿਨ ਸਕਦੀਆਂ ਜਾਂ ਵਿਆਹ ਦੇ ਵਿੱਚ ਨੱਚ ਵੀ ਸਕਦੀਆਂ? ਨੱਚ ਜ਼ਰੂਰ ਸਕਦੀਆਂ, ਹਾਈ ਹੀਲ ਵੀ ਪਹਿਨ ਸਕਦੀਆਂ। ਓਕੇਜਨਲੀ ਪਾਉਣ ਦੇ ਵਿੱਚ ਕੋਈ ਨੁਕਸਾਨ ਨਹੀਂ ਹੈ, ਬਟ ਐਜ਼ ਅ ਹੈਬਿਚੁਅਲੀ ਪਾਉਣ ਦੇ ਵਿੱਚ ਬੈਕ ਦੇ ਉੱਪਰ, ਹੀਲ ਦੇ ਉੱਪਰ, ਨੀ ਦੇ ਉੱਪਰ ਸਾਰੀ ਚੀਜ਼ ਤੇ ਪ੍ਰੈਸ਼ਰ ਬਹੁਤ ਆਉਂਦਾ ਹੈ। ਖਾਸ ਕਰਕੇ ਅੱਡੀ ਦੇ ਉੱਪਰ, ਗੋਡੇ ਦੇ ਫਰੰਟ ਵਾਲੀ ਸਾਈਡ ਤੇ ਤੇ ਲੋਅਰ ਬੈਕ ਤੇ ਬਹੁਤ ਪ੍ਰੈਸ਼ਰ ਆਉਂਦਾ ਹੈ, ਸਪੈਸ਼ਲੀ ਹਾਈ ਹੀਲਸ ਦੇ ਵਿੱਚ। ਸੋ ਓਕੇਜਨਲੀ ਜੇ ਕਿਤੇ ਫੰਕਸ਼ਨ ਹੈ, ਕੋਈ ਘਰ ਦਾ ਵਿਆਹ ਹੈ ਤਾਂ ਉਹਦੇ 'ਚ ਆਪਾਂ ਪਾ ਸਕਦੇ ਹਾਂ। ਜੀ ਅੱਛਾ, ਜਾਂਦੇ ਲੈਂਸ ਨੂੰ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹਾਂਗਾ ਕਿ ਇਹ ਇੱਕ ਐਸੀ ਸਰਜਰੀ ਹੈ ਜਿਹਦੇ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਇਸ ਆਪਰੇਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਏ।
ਜਿਹੜੇ ਹੁਣ ਇੰਪਲਾਂਟਸ ਮਟੀਰੀਅਲਸ ਡਿਜ਼ਾਈਨਸ ਐਂਡ ਦ ਲੇਟੈਸਟ ਰੋਬੋਟਿਕ ਟੈਕਨੋਲੋਜੀ ਅਵੇਲੇਬਲ ਹੈ that ensures 100% accuracy ਮਤਲਬ 100% accurate knee cuts ਦੇ ਨਾਲ implantation ਹੁੰਦੀ ਹੈ the alignment is very good ਜੇ ਠੀਕ ਅਲਾਈਨਮੈਂਟ 'ਚ ਗੋਡਾ ਪਾਇਆ ਜਾਏਗਾ ਉਹਦੀ ਲਾਈਫ ਬਹੁਤ ਅੱਛੀ ਹੋਏਗੀ ਜਿਹੜੇ ਇੰਪਲਾਂਟਸ ਅਵੇਲੇਬਲ ਨੇ ਦੇ ਆਰ ਹਾਈਲੀ ਐਡਵਾਂਸਡ ਇੰਪਲਾਂਟਸ ਜਿਨ੍ਹਾਂ ਦੀ 30-35 ਸਾਲ ਦੇ ਕਰੀਬ ਦੀ ਲਾਈਫ ਹੈ ਜਦੋਂ ਇੰਪਲਾਂਟ ਦੀ ਲਾਈਫ ਅੱਛੀ ਹੋਏ ਤੇ ਉਹਨੂੰ ਅੱਛੀ ਤਰ੍ਹਾਂ ਇੰਪਲਾਂਟ ਕੀਤਾ ਜਾਏ ਤੇ ਈਵਨ ਯੰਗ ਏਜ ਦੇ ਵਿੱਚ ਵੀ ਇਹ ਸਰਜਰੀ 50 ਸਾਲ ਦੀ ਉਮਰ ਤੇ 55 ਸਾਲ ਤੇ ਵੀ ਬਹੁਤ ਰਿਵਾਰਡਿੰਗ ਹੈ ਕੋਈ ਵੀ ਨਵੀਂ ਚੀਜ਼ ਨੂੰ ਸਮਝਣਾ ਉਹਨੂੰ ਐਕਸੈਪਟ ਕਰਨ ਦੇ ਲਈ ਉਸ ਨੂੰ ਉਹਦੀ ਇਨਫੋਰਮੇਸ਼ਨ ਲੈਣਾ ਆਪਣੇ ਡਾਕਟਰ ਦੇ ਨਾਲ ਡਿਸਕਸ ਕਰਨਾ ਜ਼ਰੂਰੀ ਹੈ ਵਨਸ ਯੂ ਅੰਡਰਸਟੈਂਡ ਕਿ ਇੱਕ ਲਾਈਫਸਟਾਈਲ ਸਰਜਰੀ ਹੈ ਜਿਹਦੇ ਨਾਲ ਅਸੀਂ ਦਰਦ ਤੋਂ ਮੁਕਤ ਜੀਵਨ ਅਸੀਂ ਇੱਕ ਦਰਦ ਤੋਂ ਮੁਕਤ ਜ਼ਿੰਦਗੀ ਜੀ ਸਕਦੇ ਹਾਂ ਅਸੀਂ ਸਾਰਾ ਕੁਝ ਪਾਕ ਜਾਣਾ ਮੰਦਿਰ ਜਾਣਾ ਗੁਰਦੁਆਰੇ ਜਾਣਾ ਸੋਸ਼ਲਾਈਜ਼ਿੰਗ ਕਰਨਾ ਪਹਾੜਾਂ ਤੇ ਘੁੰਮਣ ਜਾਣਾ ਐਵਰੀਥਿੰਗ ਇਜ਼ ਪੋਸੀਬਲ ਤਾਂ ਵਾਈ ਨਾਟ ਆਪਟ ਫॉर ਇਟ ਆਪਣੇ ਡਾਕਟਰ ਦੇ ਨਾਲ ਡਿਸਕਸ ਕਰਕੇ ਇਸ ਸਰਜਰੀ ਦੇ ਬੈਨੀਫਿਟਸ ਰਿਸਕ ਸਾਰੇ ਡਿਸਕਸ ਕਰੋ ਐਂਡ I am sure that you will come to the conclusion ਆਪਣੇ ਆਸ-ਪਾਸ ਦੇ ਪੇਸ਼ੈਂਟਸ ਨੂੰ ਮਿਲੋ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰੋ ਜਿਨ੍ਹਾਂ ਨੇ ਆਪਰੇਸ਼ਨ ਕਰਵਾਇਆ ਹੈ It is a very rewarding surgery and it is something that I would strongly encourage you to consider.